ਤੁਸੀਂ ਦੇਖ ਰਹੇ ਹੋ ਕਲਮ ਤਲਵਾਰ ਨਾਲ ਤਿੱਖੀ ਤੇ ਮੈਂ ਮਨਜੀਤ ਕੌਰ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਨੇ, ਪਰ ਕੇਂਦਰ ਸਰਕਾਰ ਤੇ ਕੰਨ ਤੇ ਅਜੇ ਤੱਕ ਜੂ ਨਹੀਂ ਸਰਕਦੀ। ਗੱਲਬਾਤ ਕਰਦੇ ਹਾਂ ਕਿਸਾਨੀ ਮਸਲੇ ਨੂੰ ਲੈ ਕੇ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਪੱਤਰਕਾਰ ਸੁਨੀਲ ਹਿਮਾਚਲੀ ਜੀ। ਸੁਨੀਲ ਜੀ, 4 ਤਾਰੀਖ ਨੂੰ ਕੇਂਦਰ ਦੇ ਨਾਲ ਮੀਟਿੰਗ ਹੈ ਤੇ 5 ਤਰੀਕ ਨੂੰ ਸੁਪਰੀਮ ਕੋਰਟ ਦੀ ਸੁਣਵਾਈ ਹੈਗੀ ਜੀ, ਤੇ 6 ਤਰੀਕ ਤੱਕ ਕਿਸਾਨਾਂ ਨੇ ਜੋ ਐਕਸ਼ਨ ਹੈ ਆਪਣਾ ਐਲਾਨ ਕਰ ਦਿੱਤਾ ਹੈ ਜੀ। देखो मनजीत, सीधी गल आ, बैठक आ, कुछ घंटे रह गए ने। 4 तरीक की तुसीं गल करी आ, 40वां दिन आ अंदोलन नूं जिथे दिल्ली ते बॉर्डर ते तां असीं कह रहे हैं लगातार चलिया होया, लेकिन पंजाब नहीं, राजस्थान नहीं, उत्तराखंड ही नहीं, मुल्क भर च दुनिया भर च एक किसान अंदोलन जिथे पंजाबी ने, भारती ने, उत्थे अंदोलन चल रहा है कि इन्हां कानूनां नूं जिहड़ा ओह वापस लै लिता जावे। लेकिन इस अंदोलन दे विच देखो इन्ना मीह पिया, इन्नी ठंड आ, रात नूं इन्ना सियाल पै रहा, फिर भी ਜਿਹੜੇ ਉੱਥੇ ਧਰਨੇ ਤੇ ਬੈਠੇ ਹੋਏ ਨੇ, ਅਸੀਂ ਤਾਂ ਖੈਰ ਸਟੂਡੀਓ ਦੇ ਵਿੱਚ ਬੈਠ ਕੇ ਗੱਲ ਕਰ ਰਹੇ ਨੇ, ਲੇਕਿਨ ਜਿਹੜੀਆਂ ਤਸਵੀਰਾਂ ਸਾਡੇ ਕੋਲ ਆਉਂਦੀਆਂ ਨੇ, ਜਿਹੜੀਆਂ ਅਸੀਂ ਦਰਸ਼ਕਾਂ ਨੂੰ ਦਿਖਾਉਂਦੇ ਆ, ਉਹ ਤਸਵੀਰਾਂ ਵੀ ਅੰਦਰੋਂ ਰੂਹ ਕਵਾ ਦਿੰਦੀਆਂ ਨੇ। ਜਦੋਂ ਮੈਨੂੰ ਕਈ ਦਰਸ਼ਕਾਂ ਦੇ ਫੋਨ ਵੀ ਆਏ, ਉਹ ਸਿੱਧੇ ਤੌਰ ਤੇ ਇਹੀ ਕਹਿੰਦੇ ਕਿ ਤੁਸੀਂ ਜਿਹੜੀਆਂ ਤਸਵੀਰਾਂ ਦੱਸਦੇ ਨੇ ਤੇ ਉਹ ਹੌਸਲਾ ਤਾਂ ਵਧਾ ਰਹੇ ਨੇ, ਲੇਕਿਨ ਸਾਨੂੰ ਇੱਥੇ ਘਰੇ ਬੈਠੇ ਚਿੰਤਾ 'ਚ ਟੀਵੀ ਜਦ ਅਸੀਂ ਵੇਖਦੇ ਆ ਤਾਂ ਚਿੰਤਾ ਹੋ ਜਾਂਦੀ ਆ ਕਿ ਕਿਸ ਤਰੀਕੇ ਨਾਲ ਉੱਥੇ ਸਾਡੇ ਸਿਆਣੇ, ਸਾਡੀਆਂ ਬਜ਼ੁਰਗ ਬੀਬੀਆਂ ਜਾਂ ਬੱਚੇ ਜਿਹੜੇ ਨੇ, ਨੌਜਵਾਨ ਜਿਹੜੇ ਨੇ, ਕਿਉਂਕਿ ਸਾਰੇ ਉੱਥੇ ਬੇਸ਼ੱਕ ਕਈਆਂ ਦਾ ਉਹਨਾਂ ਨਾਲ ਰਿਸ਼ਤਾ ਹੈ, ਕਈਆਂ ਦਾ ਰਿਸ਼ਤਾ ਨਹੀਂ ਆ, ਲੇਕਿਨ ਇਨਸਾਨੀਅਤ ਦਾ ਜਿਹੜਾ ਰਿਸ਼ਤਾ ਉਹ ਸਾਰਿਆਂ ਦਾ ਜੁੜਿਆ ਹੋਇਆ। ਅੰਨਦਾਤਾ ਮਾਂ ਦੇ ਤੌਰ ਤੇ ਉਹ ਮੁਲਕ ਦੀ ਦੁਨੀਆ ਭਰ ਦਾ ਪੇਟ ਭਰਦਾ, ਕਿਉਂਕਿ ਜਦੋਂ ਘਰੇ ਖਾਣੇ ਦੀ ਲੋੜ ਪੈਂਦੀ ਹੈ ਤਾਂ ਮੰਮੀ ਨੂੰ ਸਿੱਧੀ ਆਵਾਜ਼ ਮਾਰੀ ਜਾਂਦੀ ਆ, ਤੇ ਉਹੀ ਕਿਸਾਨ ਨੇ ਜਿਹੜੇ ਸਾਡੇ ਢਿੱਡ ਭਰਦੇ ਨੇ। ਜੇਕਰ ਸਾਡੀ ਮਾਂ ਵੀ ਖਾਣਾ ਬਣਾਉਂਦੀ ਆ ਤਾਂ ਉਹਨਾਂ ਦੇ ਜਿਹੜੀ ਉਗਾਈ ਸਬਜ਼ੀ, ਅਨਾਜ ਅਸੀਂ ਸਾਡੇ ਸਾਰੇ ਉਹੀ ਪਰਚੇਜ਼ ਕਰਦੇ ਆ, ਉਹੀ ਘਰਾਂ 'ਚ ਲਿਆਉਂਦੇ ਆ, ਤੇ ਅੱਜ ਇਹਨਾਂ ਦੇ ਜਿਹੜੇ ਹਾਲਾਤ ਨੇ ਕਾਫੀ ਵੇਖਣ ਵਾਲੇ ਨੇ। ਦੂਜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਲਗਾਤਾਰ ਇਸ ਕਰਕੇ ਉੱਠ ਰਹੀ ਆ ਕਿਉਂਕਿ ਜਿਹੜੀਆਂ ਮੰਦਭਾਗੀਆਂ ਖਬਰਾਂ ਮਨਜੀਤ ਉਹ ਲਗਾਤਾਰ ਜਿਹੜੀਆਂ ਨੇ ਬਾਰਡਰ ਤੋਂ ਆ ਰਹੀਆਂ ਨੇ। ਬਾਰਡਰ ਇੱਕ ਹੁੰਦਾ ਸੀ ਜਦੋਂ ਦੇਖੋ ਭਾਰਤ ਪਾਕਿਸਤਾਨ ਜਾਂ ਚੀਨ ਨਾਲ ਵਿਵਾਦ ਚੱਲਦਾ ਸੀ, ਤਾਂ ਜਦੋਂ ਸਾਡੇ ਜਵਾਨ ਉੱਥੇ ਸ਼ਹੀਦ ਹੁੰਦੇ ਸੀ ਤਾਂ ਅਸੀਂ ਬਹੁਤ ਚਿੰਤਾ 'ਚ ਹੋ ਜਾਂਦੇ ਸੀ। ਮੈਂ ਆਪ ਵੇਖਿਆ ਉਹ ਦੌਰ ਜਦੋਂ ਬਾਰਡਰ ਤੇ ਲੜਾਈ ਚੱਲਦੀ ਸੀ। ਜਾਂ ਜ਼ਿਆਦਾ ਦੂਰ ਨਾ ਜਾਵਾਂ, ਪਿਛਲੇ ਸਾਲ ਪੁਲਵਾਮਾ ਦੀ ਗੱਲ ਕਰ ਲਵਾਂ, ਜਾਂ ਹੁਣ ਚੀਨ ਨੇ ਜਿਸ ਤਰੀਕੇ ਨਾਲ ਸਾਡੇ ਇਹਨਾਂ 'ਚ ਘੁਸਪੈਠ ਕਰਨ, ਇਲਾਕਿਆਂ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਤੇ ਆਪਣਾ ਜਿਹੜਾ ਮੈਪ ਉਹਨਾਂ ਨੇ ਜਾਰੀ ਕੀਤਾ ਸੀ, ਉਸ ਤੋਂ ਬਾਅਦ ਜਿਹੜਾ ਵਿਵਾਦ ਆਇਆ ਸੀ, ਸਾਡੇ ਜਿਹੜੇ ਜਵਾਨ ਸ਼ਹੀਦ ਹੋਏ ਸੀ, ਤਾਂ ਚਿੰਤਾ ਦਾ ਵਿਸ਼ੇ ਬਣ ਜਾਂਦਾ ਸੀ। ਅੱਜ ਉਹੀ ਜਵਾਨਾਂ ਵਾਲੀ ਹਾਲਤ ਸਾਡੇ ਕਿਸਾਨਾਂ ਵਾਲੀ ਹੋ ਗਈ ਆ। ਉਹ ਮੁਲਕ ਤੇ ਸਾਡੇ ਬਾਰਡਰ ਜਿਹੜੀਆਂ ਸਰਹੱਦਾਂ ਨੇ ਉੱਥੇ ਰਾਖੀ ਕਰਦੇ ਨੇ ਤਾਂ ਕਿ ਸਾਡੇ ਦੇਸ਼ ਵਾਸੀ ਜਿਹੜੇ ਨੇ ਉਹ ਚੈਨ ਨਾਲ ਸੌ ਸਕਣ, ਆਜ਼ਾਦੀ ਨਾਲ ਤੁਰ ਫਿਰ ਸਕਣ। ਲੇਕਿਨ ਦੇਖੋ ਇਹੋ ਜਿਹੇ ਹਾਲਾਤ ਬਣ ਗਏ ਨੇ ਇੱਕ ਆਜ਼ਾਦ ਮੁਲਕ ਦੇ ਵਿੱਚ, ਲੋਕਤੰਤਰਿਕ ਮੁਲਕ ਜਿਹਨੂੰ ਕਿਹਾ ਜਾਂਦਾ, ਕਿ ਦੇਸ਼ ਦੇ ਅੰਦਰ ਹੀ ਬਾਰਡਰ ਬਣ ਗਏ ਨੇ, ਸਰਹੱਦਾਂ ਬਣ ਗਈਆਂ ਨੇ। ਦਿੱਲੀ ਨੂੰ ਜਾਣ ਲਈ ਕਿੰਨੇ ਰਾਹ 'ਚ ਰੋੜੇ ਪਏ, ਹਰਿਆਣੇ ਦੇ ਵਿੱਚ ਕੀ ਕੁਝ ਹੋਇਆ। ਸਰਕਾਰੀ ਸਾਰੇ ਇਲਜ਼ਾਮ ਅਸੀਂ ਸਰਕਾਰਾਂ ਤੇ ਨਹੀਂ ਥੋਪ ਸਕਦੇ, ਕੁਝ ਇੱਕ ਹੋਰ ਵੀ ਚੀਜ਼ਾਂ ਹੁੰਦੀਆਂ ਨੇ, ਸਾਰੇ ਵਾਕਿਫ ਨੇ। ਕੁਝ ਇਹੋ ਜਿਹੇ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਜਿਹੜੇ ਕਹਿੰਦੇ ਆਪ ਕੋਈ ਨਾ ਕੋਈ ਕਾਰਾ ਕਰ ਦਿੰਦੇ ਨੇ ਤੇ ਇਲਜ਼ਾਮ ਸਰਕਾਰਾਂ ਤੇ ਲੋਕਾਂ ਤੇ ਲੱਗ ਜਾਂਦੇ ਨੇ, ਤੇ ਇਹੋ ਜਿਹੇ ਲੋਕਾਂ ਤੇ ਵੀ ਸਾਵਧਾਨ ਰਹਿਣ ਦੀ ਲੋੜ ਆ। ਹੁਣ ਦੂਜੀ ਮੈਂ ਜਿਹੜੀ ਮੇਨ ਗੱਲ ਕਰ ਰਿਹਾ ਸੀ, ਦੇਖੋ ਇਹ 2 ਹੋਰ ਕਿਸਾਨ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਸ਼ਹੀਦ ਕਰਾਰ ਦਿੱਤਾ ਜਾ ਰਿਹਾ ਕਿਸਾਨ ਆਗੂਆਂ ਵੱਲੋਂ। ਸਵਰਗਵਾਸ ਹੋ ਗਏ ਪੰਜਾਬ ਦੇ ਉਹ 2 ਨੌਜਵਾਨ ਸੀਗੇ, ਦਿਲ ਦਾ ਦੌਰਾ ਪੈਣ ਕਰਕੇ ਇੰਨੀ ਠੰਡ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋ ਗਈ। ਹਰਸਿਮਰਤ ਕੌਰ ਬਾਦਲ ਨੇ ਇੱਕ ਟਵੀਟ ਕੀਤਾ, ਮੈਂ ਉਹ ਟਵੀਟ ਆਪਣੇ ਦਰਸ਼ਕਾਂ ਨੂੰ ਨਾਲ ਦੀ ਨਾਲ ਆਪਣੀ ਟੈਕਨੀਕਲ ਟੀਮ ਨੂੰ ਚਾਹੂੰਗਾ ਕਿ ਉਹ ਦੱਸ ਵੀ ਦੇਣ। ਦੇਖੋ ਇਹਨਾਂ ਦੇ ਵਿੱਚ ਦੋਹਾਂ ਦਾ ਜ਼ਿਕਰ ਵੀ ਹਰਸਿਮਰਤ ਕੌਰ ਬਾਦਲ ਨੇ ਕਰਿਆ ਹੋਇਆ, ਦੋਨੋਂ ਨੌਜਵਾਨ ਪੰਜਾਬ ਦੇ ਸੀਗੇ, ਤੇ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਉਹ ਲਗਾਤਾਰ ਇੱਥੋਂ ਆ ਰਹੀਆਂ। 60 ਦੇ ਕਰੀਬ ਹੁਣ ਆંકੜਾ ਪਹੁੰਚਦਾ ਜਾ ਰਿਹਾ। ਇਸ ਤੋਂ ਪਹਿਲਾਂ ਜਦ ਇੱਕ ਹੋਰ ਕਿਸਾਨ ਨੇ ਸੁਸਾਈਡ ਕੀਤਾ ਸੀ, ਉਹਨੇ ਇਹ ਵੀ ਇੱਛਾ ਜਤਾਈ ਸੀ ਕਿ ਮੇਰਾ ਜਿਹੜਾ ਅੰਤਿਮ ਸੰਸਕਾਰ ਆ ਉੱਥੇ ਕੀਤਾ ਜਾਵੇ। ਤੇ ਇਹਦੇ ਨਾਲ ਜਿਹੜਾ ਹਰਸਿਮਰਤ ਕੌਰ ਬਾਦਲ ਦਾ ਟਵੀਟ ਅਸੀਂ ਦੱਸਿਆ, ਉਸ ਦੇ ਨਾਲ ਇਹ ਤਸਵੀਰਾਂ ਦੱਸਦੇ ਨੇ। ਇਸ ਤਸਵੀਰ ਦੇ ਵਿੱਚ ਤੁਸੀਂ ਜਿਹੜਾ ਕਿਸਾਨ ਦੇਖ ਰਹੇ ਹੋ ਉਹ ਕਿਸਾਨ ਜੀਂਦਾ ਜਿਹੜਾ ਸਵਰਗਵਾਸ ਹੋ ਚੁੱਕਿਆ। ਤਾਂ ਪੰਜਾਬ ਹੀ ਨਹੀਂ, ਹਰਿਆਣਾ ਦੇ ਵਿੱਚ ਵੀ ਇਹੋ ਜਿਹੀਆਂ ਮੰਦਭਾਗੀਆਂ ਖਬਰਾਂ ਆ ਰਹੀਆਂ ਨੇ, ਕਿਉਂਕਿ ਲਗਾਤਾਰ ਕਿਸਾਨ ਜਿਹੜੇ ਨੇ ਉਹ ਉੱਥੇ ਸਵਰਗਵਾਸ ਹੋ ਰਹੇ ਨੇ, ਆਪਣੀ ਜਾਨ ਦੇ ਰਹੇ ਨੇ ਸਿਰਫ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ 'ਚ। ਤੇ ਹੁਣ 4 ਤਰੀਕ ਦੀ ਤੁਸੀਂ ਗੱਲ ਕਹੀ ਆ, ਕੁਝ ਕੀ ਵਕਤ ਬਾਅਦ 4 ਤਰੀਕ ਜਿਹੜੀ ਸ਼ੁਰੂ ਹੋ ਜਾਣੀ ਆ, 40ਵੇਂ ਦਿਨ ਦਾ ਅੰਦੋਲਨ ਸ਼ੁਰੂ ਹੋ ਜਾਣਾ। ਲੇਕਿਨ ਗੱਲਬਾਤ ਕਿਥੇ ਨਾ ਕਿਥੇ ਜਿਹੜੇ 2 ਮੰਗਾਂ ਸੀਗੀਆਂ ਉਹ ਤਾਂ ਮੰਨ ਲਈਆਂ ਗਈਆਂ ਸੀ, 2 ਗੱਲਾਂ ਜਿਹੜੀਆਂ ਨੇ ਉਹ ਰਹਿ ਗਈਆਂ ਨੇ, ਉਹਨਾਂ ਤੇ ਸਹਿਮਤੀ ਹੁੰਦੀ ਹੈ ਨਹੀਂ ਹੁੰਦੀ ਹੈ। ਹਾਲਾਂਕਿ ਯੋਗੇਂਦਰ ਯਾਦਵ ਨੇ ਮਨਜੀਤ ਕਿਹਾ ਸੀ ਕਿ ਉਹ ਜਿਹੜੀਆਂ 2 ਗੱਲਾਂ ਮੰਨੀਆਂ ਨੇ, ਜਿਹੜਾ 50-50 ਦੀ ਗੱਲ ਮੀਡੀਆ ਕਹਿ ਰਹੀ ਹੈ, ਤਾਂ ਉਹ ਨਾ ਦੋਹਾਂ ਗੱਲਾਂ ਤੇ ਵੀ ਲਿਖਿਤ ਤੌਰ ਤੇ ਕੁਝ ਨਹੀਂ ਮਿਲਿਆ, ਸਿਰਫ ਜਵਾਨੀ ਤੌਰ ਤੇ ਹੀ ਗੱਲਬਾਤ ਹੋਈ ਆ। ਕਿਉਂਕਿ ਜਦੋਂ ਤੱਕ ਲਿਖਿਤ ਕੁਝ ਨਾ ਹੋਵੇ ਤਾਂ ਜਵਾਨ ਦਾ ਕਿਹਦੀ ਦਾ ਕੀ ਭਰੋਸਾ ਕਦੋਂ ਪਲਟ
ਪਲਟ ਜਾਵੇ ਤੇ ਇਹ ਤਾਂ ਸਰਕਾਰਾਂ ਦੀਆਂ ਗੱਲਾਂ ਨੇ, ਸਰਕਾਰਾਂ ਵੀ ਪਲਟ ਜਾਂਦੀਆਂ ਨੇ। ਹਾਲਾਂਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਹ ਕਿਸਾਨ ਨੇ ਜਿਹੜੇ ਸਰਕਾਰ ਬਣਾ ਵੀ ਸਕਦੇ ਨੇ, ਤੇ ਇਹਦੇ 'ਚ ਜਿਹੜੀ ਆਵਾਮ ਬੈਠੀ ਆ ਉਹ ਸਰਕਾਰ ਬਣਾਉਣ ਤੇ ਗਿਰਾਉਣ ਦੋਨੋਂ ਜਾਣਦੀ ਆ। ਫਿਲਹਾਲ ਮੈਂ ਹਰਸਿਮਰਤ ਕੌਰ ਬਾਦਲ ਦੇ ਉੱਤੇ ਆਵਾਂ, ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਜਦ ਅਸਤੀਫਾ ਦਿੱਤਾ ਸੀ, ਜਦੋਂ ਇੱਕ ਕਾਨੂੰਨ ਬਣੇ ਸੀ, ਤਾਂ ਉਹਨਾਂ ਦੇ ਗੱਠਜੋੜ ਦਾ ਰਿਸ਼ਤਾ ਸੀ, 9 ਮਾਸ ਦਾ ਰਿਸ਼ਤਾ ਸੀ, ਟੁੱਟ ਗਿਆ ਰਿਸ਼ਤਾ। ਬਹੁਤ ਨੁਕਸਾਨ ਮੈਨੂੰ ਲੱਗਦਾ ਰਾਜਨੀਤਿਕ ਤੌਰ ਤੇ ਅਕਾਲੀਆਂ ਨੂੰ ਵੀ ਹੁਣ 2022 ਚ ਹੋਣਾ, ਤੇ ਬੀਜੇਪੀ ਵਾਲਿਆਂ ਨੂੰ ਤਾਂ ਖੈਰ ਦਿਖ ਹੀ ਰਿਹਾ ਕਿ ਕਿਸ ਤਰੀਕੇ ਨਾਲ ਵਿਰੋਧ ਹੋ ਰਿਹਾ। ਅੱਜ ਜਲੰਧਰ ਨੇੜੇ ਵੀ ਜਾ ਕੇ ਜਦ ਮੋਗਾ ਪਹੁੰਚੇ ਸੀ ਅਸ਼ਵਨੀ ਸ਼ਰਮਾ ਤੇ ਭਾਜਪਾ ਦੇ ਹੋਰ ਲੀਡਰ, ਤਾਂ ਉਹਨਾਂ ਦਾ ਮੀਟਿੰਗ ਹੋਣੀ ਸੀ ਉੱਥੇ ਮੋਗਾ ਵਿਖੇ, ਇੱਕ ਮੀਟਿੰਗ ਰੱਖੀ ਹੋਈ ਸੀ। ਉਸ ਮੀਟਿੰਗ ਦਾ ਵੀ ਵਿਰੋਧ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਗਿਆ ਮਨਜੀਤ। ਤੇ ਇਸ ਤੋਂ ਪਹਿਲਾਂ ਦੇਖੋ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਦੇ ਵਿਰੋਧ 'ਚ ਮੋਰਚਾ ਖੋਲ੍ਹਿਆ ਸੀ, ਤਾਂ ਖਬਰਾਂ ਇੱਥੇ ਤੱਕ ਆਈਆਂ ਕਿ ਉਹਨਾਂ ਵਿੱਚ ਕੁਝ ਕਾਂਗਰਸੀ ਸ਼ਾਮਲ ਸੀਗੇ ਜਿਹੜੇ ਕਿਸਾਨ ਬਣ ਕੇ ਉੱਥੇ ਵਿਰੋਧ ਕਰ ਰਹੇ ਸੀ। ਹਾਲਾਂਕਿ ਸਾਰਿਆਂ ਤੇ ਜਾਂਚ ਉੱਥੇ ਹੋ ਰਹੀ ਹੈ। ਲੁਧਿਆਣਾ ਜਿਹੜਾ ਵਿਰੋਧ ਹੋਇਆ ਉਹਦੇ ਵਿੱਚ ਕਿਹਦਾ ਕੌਣ ਬੰਦੇ ਸੀ ਜਾਂ ਜਿਹੜੇ ਇਲਜ਼ਾਮ ਕਾਂਗਰਸ ਤੇ ਲੱਗੇ ਨਹੀਂ ਆ, ਇਹ ਸਿਰਫ ਰਾਜਨੀਤੀ ਹੈ, ਇਹਦੇ ਅਜੇ ਪੁਖਤਾ ਸਬੂਤ ਹੈ ਨਹੀਂ। ਲੇਕਿਨ ਖਬਰਾਂ ਜਿਹੜੀਆਂ ਆਈਆਂ ਨੇ ਉਹ ਇਹੀ ਆਈਆਂ ਨੇ ਕਿ ਜਿਨ੍ਹਾਂ ਨੇ ਵਿਰੋਧ ਕੀਤਾ ਬੀਜੇਪੀ ਵਾਲਿਆਂ ਦਾ, ਉਹ ਕਿਸਾਨਾਂ ਦੀ ਆੜ 'ਚ ਕਾਂਗਰਸੀ ਬੈਠੇ ਹੋਏ ਸੀ। ਲੇਕਿਨ ਹਰਸਿਮਰਤ ਕੌਰ ਬਾਦਲ ਨੇ ਇੱਕ ਬੜਾ ਚੁਣੌਤੀ ਵਾਲਾ ਬਿਆਨ ਦਿੱਤਾ। ਸਾਰੇ ਲੀਡਰਾਂ ਨੂੰ ਉਹ ਬਿਆਨ ਸੁਣ ਲੈਣਾ ਚਾਹੀਦਾ ਜਿਹੜੇ ਹਰਸਿਮਰਤ ਕੌਰ ਬਾਦਲ ਜਾਂ ਅਕਾਲੀ ਦਲ ਵਾਲਿਆਂ ਤੇ ਸਵਾਲ ਚੁੱਕਦੇ ਨੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਕਿੱਥੇ ਵੀ ਸਾਈਨ ਕੀਤੇ ਹੋਣ, ਜਦੋਂ ਇਹ ਖੇਤੀਬਾੜੀ ਬਿੱਲ ਬਣੇ ਨੇ, ਜੇ ਅਗਰ ਕਿਸੇ ਕੋਲ ਕੋਈ ਸਬੂਤ ਹੈ ਤਾਂ ਮੈਨੂੰ ਲਿਆ ਕੇ ਦੇ ਦੇਣ, ਮੈਂ ਰਾਜਨੀਤੀ ਤਾਂ ਉਮਰ ਛੱਡ ਦਊਂਗੀ। ਉਹਨਾਂ ਨੇ ਬਹੁਤ ਵੱਡਾ ਬਿਆਨ ਦਿੱਤਾ ਤੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸਾਨਾਂ ਨਾਲ ਹਮੇਸ਼ਾ ਖੜੀ ਹਾਂ ਤੇ ਹਮੇਸ਼ਾ ਉਹਨਾਂ ਦੀ ਲੜਾਈ ਦੇ ਵਿੱਚ ਪੂਰਾ ਯੋਗਦਾਨ ਦਿੰਨੀ ਆ। ਤੇ ਇਹ ਬਹੁਤ ਵੱਡੀ ਚੁਣੌਤੀ ਆ। ਜੇਕਰ ਮੈਂ ਕਹਿ ਰਿਹਾ ਸ਼ਾਇਦ ਵਿਸ਼ਵਾਸ ਨਾ ਹੋਵੇ ਤੇ ਬਿਆਨ ਵੀ ਅਸੀਂ ਹਰਸਿਮਰਤ ਕੌਰ ਬਾਦਲ ਦਾ ਸੁਣਾਈ ਦਿੰਨੇ ਆ। ਮੈਂ ਉਹਨਾਂ ਸਾਰੇ ਵਿਰੋਧੀਆਂ ਨੂੰ ਅੱਜ ਖੁੱਲਾ ਚੈਲੰਜ ਦਿੰਦੀ ਆ ਜਿਹੜੇ ਮੇਰੇ ਬਾਰੇ ਕਹਿੰਦੇ ਨੇ ਕਿ ਇਹਨਾਂ ਕਾਨੂੰਨਾਂ ਦੇ ਮੈਂ ਹਿੱਸਾ ਸੀਗੀ ਜਦ ਆਰਡੀਨੈਂਸ ਪਾਸ ਹੋਏ। ਅੱਜ ਮੈਂ ਉਹਨਾਂ ਨੂੰ ਚੈਲੰਜ ਦਿੰਦੀ ਆ ਕਿ ਭਾਵੇਂ ਭਾਜਪਾ ਹੋਏ ਭਾਵੇਂ ਇਹ ਵਿਰੋਧੀ ਜਿਹੜੇ ਬੋਲ ਰਹੇ ਨੇ, ਇੱਕ ਦਸਤਖਤ ਦਿਖਾ ਦੇ ਨੇ ਇਸ ਆਰਡੀਨੈਂਸ ਦੇ ਜਿੱਥੇ ਹਰਸਿਮਰਤ ਕੌਰ ਬਾਦਲ ਨੇ ਸਾਈਨ ਕੀਤੇ ਨੇ, ਤੇ ਹਰਸਿਮਰਤ ਕੌਰ ਬਾਦਲ ਹਮੇਸ਼ਾ ਵਾਸਤੇ ਸਿਆਸਤ ਛੱਡ ਦੋਗੀ। ਲੇਕਿਨ ਮੈਂ ਆ ਵੀ ਕਹਿੰਦੀ ਆ, ਮੈਂ ਤਾਂ ਝੂਠੀ ਸੌਂ ਖਾ ਕੇ ਕੁਰਸੀ ਦੇ ਨਾਲ ਚਿਪਕਣ ਵਾਲੀ ਨਹੀਂ ਆ, ਜਾਂ ਅਸਤੀਫੇ ਨੂੰ ਜੇਬ 'ਚ ਰੱਖ ਕੇ ਆਪਣੇ ਅਹੁਦੇ 'ਚ ਬੈਠਣ ਵਾਲੀ ਨਹੀਂ ਆ। ਮੇਰੇ ਉੱਤੇ ਜਿਹੜੇ ਇਲਜ਼ਾਮ ਲਗਾ ਰਹੇ ਨੇ, ਅੱਜ ਮੈਂ ਉਹਨਾਂ ਨੂੰ ਕਹਿੰਦੀ ਚੁਣੌਤੀ ਦਿੰਦੀ ਆ ਕਿ ਜਿਹੜੇ ਮੰਤਰੀ ਨੇ ਪਾਰਲੀਮੈਂਟ 'ਚ ਕਿਹਾ ਕਿ ਮੁੱਖ ਮੰਤਰੀ ਨੇ ਆਪ ਇਸ ਕਮੇਟੀ ਦਾ ਹਿੱਸਾ ਸੀ ਜਿਨ੍ਹਾਂ ਨੇ ਇਸ ਕਮੇਟੀ ਨੇ ਆ ਬਿੱਲ ਬਣਾਏ ਨੇ, ਅੱਜ ਮੈਂ ਉਹਨਾਂ ਨੂੰ ਚੁਣੌਤੀ ਦਿੰਦੀ ਆ ਕਿ ਉਸ ਮੰਤਰੀ ਦੇ ਖਿਲਾਫ ਜੇ ਤੁਸੀਂ ਨਹੀਂ ਦਿੱਤੀ ਸਹਿਮਤੀ, ਫਿਰ ਉਸ ਮੰਤਰੀ ਦੇ ਖਿਲਾਫ ਜਿਹਨੇ ਫਲੋਰ ਆਫ ਦਾ ਹਾਊਸ 'ਚ ਕਿਹਾ ਉਹਦੇ ਖਿਲਾਫ ਪ੍ਰਿਵਿਲੇਜ ਲੈ ਕੇ ਆਓ। ਅੱਜ ਤੱਕ ਕਿਉਂ ਨਹੀਂ ਲੈ ਕੇ ਆਏ ਹੋ? ਤੇ ਜੇ ਤੁਸੀਂ ਝੂਠੇ ਹੋ, ਅੱਜ ਇਸ ਸੰਘਰਸ਼ 'ਚ 50 ਬੰਦੇ ਜਿਹੜੇ ਮਰੇ ਨੇ, ਤੁਸੀਂ ਉਹਦੇ ਬਰਾਬਰ ਦੇ ਜ਼ਿੰਮੇਵਾਰ ਹੋ। ਜੇ ਤੁਸੀਂ ਉਸ ਟਾਈਮ ਉਹ ਕਾਨੂੰਨਾਂ ਨੂੰ ਜੇ ਰੋਕ ਸਕਦੇ ਤੇ ਤੁਸੀਂ ਨਹੀਂ ਰੋਕਿਆ। ਅੱਜ ਤਾਈਂ ਰੋਕਣ ਵਾਸਤੇ ਤੁਸੀਂ ਕੋਈ ਲੜਾਈ ਨਹੀਂ ਲੜੀ, ਕੱਲੇ ਝੂਠੇ ਡਰਾਮੇ ਵਿਧਾਨ ਸਭਾ 'ਚ ਮਤੇ ਪਾਸ ਕਰਕੇ ਦਿੱਲੀ ਤਾਈਂ ਵੀ ਨਹੀਂ ਭੇਜੇ। ਅੱਜ ਮੈਂ ਤੁਹਾਨੂੰ ਚੈਲੰਜ ਕਰਦੀ ਹਾਂ ਕਿ ਅੱਜ ਵੀ ਉਸ ਮੰਤਰੀ ਦੇ ਖਿਲਾਫ ਤੁਸੀਂ ਪ੍ਰਿਵਿਲੇਜ ਮੋਸ਼ਨ ਲਾਓ ਕਿ ਉਹਨੇ ਝੂਠ ਬੋਲਿਆ ਪਾਰਲੀਮੈਂਟ 'ਚ, ਤੇ ਅਸੀਂ ਪੂਰੀ ਕਾਰਵਾਈ ਕਰਾਂਗੇ ਕਿ ਉਸ ਮੰਤਰੀ ਨੂੰ ਸਸਪੈਂਡ ਕੀਤਾ ਜਾਏ। ਅਸੀਂ ਲੜਾਈ ਲੜਾਂਗੇ। ਲੇਕਿਨ ਇਹ ਮਿਲੀ ਭੁਗਤ ਸਾਰੇ ਬੀਜੇਪੀ ਦੇ ਨਾਲ ਤੇ ਵਿਰੋਧੀਆਂ ਦੀ ਕਿ ਨਿਸ਼ਾਨਾ ਸਾਡੇ ਉੱਤੇ, ਮੇਰਾ ਫਰਜ਼ ਬਣਦਾ ਸੀ ਕਿ ਜਦ ਇਹ ਕਾਨੂੰਨ ਆਨ ਉਹਦੇ ਖਿਲਾਫ ਮੈਂ ਕੈਬਨਿਟ 'ਚ ਵੀ ਆਵਾਜ਼ ਉਠਾਈ। ਉਹਦੇ ਬਾਅਦ 2.5 ਮਹੀਨੇ ਇਹ ਹਾਲਾਤ ਪੈਦਾ ਨਾ ਹੋਣ, ਇਹ ਜਾਣਾ ਨਾ ਜਾਣ, ਲੋਕੀ ਠੰਡ 'ਚ ਖੱਜਲ ਨਾ ਹੋਣ, ਮੈਂ ਲੜਦੀ ਰਹੀ। ਮੇਰੇ ਪਰਿਵਾਰ ਦੇ ਮੈਂਬਰ ICU 'ਚ, ਉਹਨਾਂ ਨੂੰ ਛੱਡ ਕੇ ਮੈਂ ਭੱਜ ਨੱਠ ਕਰਦੀ ਰਹੀ ਕਿ ਮੇਰੇ ਲੋਕਾਂ ਦੇ ਹਾਲਾਤ ਨਾ ਪੈਦਾ ਹੋਣ। ਲੇਕਿਨ ਜਦ ਸਾਫ਼ ਹੋ ਗਿਆ ਕਿ ਇਹ ਸਰਕਾਰ ਨੇ ਸੁਣਨੀ ਨਹੀਂ ਹੈਗੀ, ਇਹਨਾਂ ਨੇ ਆਪਣੇ ਬਲ ਬੂਤੇ ਦੇ ਵਿੱਚ ਆਪਣੇ ਨੰਬਰਾਂ ਦੇ ਜ਼ੋਰ ਤੇ ਜ਼ਬਰ ਦੇ ਨਾਲ ਇਸ ਕਾਨੂੰਨ ਨੂੰ ਲਾਗੂ ਕਰਨਾ ਹੈ, ਫਿਰ ਠੁੱਡਾ ਮਾਰੇ ਇਹੋ ਜੀ ਸਰਕਾਰ ਨੂੰ ਨਾਤਾ ਤੋੜਿਆ ਤੇ ਖੜ ਗਏ ਆਪਣੇ ਕਿਸਾਨਾਂ ਦੇ ਨਾਲ। ਅੱਜ ਛੱਡਿਆ ਤੇ ਇਸ ਸੰਘਰਸ਼ ਵਾਸਤੇ ਆਪਣੇ ਲੋਕਾਂ ਵਾਸਤੇ ਆਪਣਾ ਫਰਜ਼ ਅਦਾ ਕੀਤਾ। ਅੱਜ ਉਹ ਵਿਰੋਧੀ ਜਿਹੜੇ ਬੋਲਦੇ ਨੇ, ਉਹ ਇੱਕ ਚੀਜ਼ ਤਾਂ ਮੈਨੂੰ ਗਨਾ ਦੇਣ ਕਿ ਉਹਨਾਂ ਨੇ ਛੱਡਿਆ ਕੀ ਹੈ। ਡਰਾਮੇ ਕਰਨ ਤੋਂ ਸਿਵਾ, ਗੱਲਾਂ ਸੁਣਾਉਣ ਤੋਂ ਸਿਵਾ ਇਹਨਾਂ ਨੇ ਕੱਖ ਨਹੀਂ ਕੀਤਾ। ਅੱਜ ਵੀ ਮੈਂ ਉਹਨਾਂ ਸਾਰੇ ਜਥੇਬੰਦੀਆਂ ਨੂੰ ਕਹਿੰਦੀ ਹਾਂ, ਇਹ ਸਰਕਾਰ ਪਿੱਛੇ ਨਹੀਂ ਹਟੂਗੀ ਜਿੰਨਾ ਕਿ ਮੈਂ ਇਸ ਸਰਕਾਰ ਨੂੰ ਸਮਝਦੀ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਹੋਰ ਕਿਸਾਨਾਂ ਦੀ ਜਾਨਾਂ ਬਚ ਜਾਣ, ਤੁਸੀਂ ਸਿੱਧੇ ਪ੍ਰਧਾਨ ਮੰਤਰੀ ਦੇ ਨਾਲ ਹੀ ਗੱਲ ਕਰੋ, ਕਿਉਂਕਿ ਫੈਸਲਾ ਇਕੱਲੇ ਉਹ ਕਰ ਸਕਦੇ ਨੇ। ਹੋਰ ਕਿਸੇ ਦੀ ਜ਼ਰੂਰਤ ਹੀ ਨਹੀਂ ਉਹਨਾਂ ਨੂੰ ਕੁਝ ਕਹਿਣ ਦੀ ਜਾਂ ਕੁਝ ਸਮਝਾਉਣ ਦੀ। 50 ਜਾਨਾਂ ਚਲੀ ਗਈਆਂ ਨੇ, ਆ 50 ਤੋਂ ਵੱਧ 55 ਹੋ ਗਈਆਂ ਨੇ। ਮੇਰਾ ਖਿਆਲ ਅੱਜ ਵੀ ਕਸ਼ਮੀਰ ਸਿੰਘ ਜੀ ਯੂਪੀ ਦੇ ਜਿਹੜੇ ਕਿਸਾਨ, ਉਹਨਾਂ ਨੇ ਵੀ ਚਿੱਠੀ 'ਚ ਲਿਖ ਕੇ ਸਰਕਾਰ ਨੂੰ ਜਗਾਉਣ ਵਾਸਤੇ, ਵੱਡੇ ਵੱਡੇ ਮਹਾਂਪੁਰਖਾਂ ਨੇ ਆਪਣੀ ਸ਼ਹਾਦਤਾਂ ਦਿੱਤੀਆਂ, ਐਡਵੋਕੇਟਾਂ ਨੇ ਸ਼ਹਾਦਤਾਂ ਦਿੱਤੀਆਂ, ਕਿਸਾਨਾਂ ਸ਼ਹਾਦਤ ਦੇ ਰਹੇ ਨੇ ਸਰਕਾਰ ਨੂੰ ਜਗਾਉਣ ਵਾਸਤੇ। ਲੇਕਿਨ ਜਿਸ ਸਰਕਾਰ ਨੇ 50 ਜਾਨ ਦੇ ਜ਼ਿੰਮੇਵਾਰ, ਉਹਨਾਂ ਦੀ ਜਾਨਾਂ ਦੇ ਜ਼ਿੰਮੇਵਾਰ, ਉਹਨਾਂ ਦੇ ਕਈ 100 ਪਰਿਵਾਰ ਦੇ ਖੁਸ਼ੀਆਂ ਨੂੰ ਬੁਝਾ ਕੇ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ, ਇੰਨੀ ਸਾਰੀ ਲੋਕਾਂ ਦੀ ਆਹ ਲੈ ਕੇ ਵੀ ਉਸ ਸਰਕਾਰ ਨੂੰ ਜੇ ਕੋਈ ਪਰਵਾਹ ਨਹੀਂ,
ਫਿਰ ਇਹ ਸਰਕਾਰ ਕਿੰਨੀ ਕਠੋਰ ਦਿਲ ਹੈ ਇਹ ਸੰਘਰਸ਼ ਦੇ ਆਗੂ ਨੂੰ ਪਹਿਚਾਨਣ ਤੇ ਉਸ ਹਿਸਾਬ ਨਾਲ ਆਪਣੇ ਸੰਘਰਸ਼ ਨੂੰ। ਮਨਜੀਤ, ਤੁਸੀਂ ਸੁਣਿਆ ਹਰਸਿਮਰਤ ਕੌਰ ਬਾਦਲ ਨੇ ਕੀ ਕੁਝ ਕਿਹਾ, ਲੇਕਿਨ ਰਾਜਨੀਤੀ ਤੌਰ ਤੇ ਤਾਂ ਦੇਖੋ ਕੀ ਕੁਝ ਗਤੀਵਿਧੀਆਂ ਚੱਲ ਰਹੀਆਂ ਉਹ ਤਾਂ ਹੈ ਹੀ ਖੈਰ, ਲੇਕਿਨ ਇਸ ਤੋਂ ਨਾਲ ਦੇਖੋ ਲਗਾਤਾਰ ਮੰਦਭਾਗੀਆਂ ਖਬਰਾਂ ਜਿਸ ਤਰੀਕੇ ਨਾਲ ਆ ਰਹੀਆਂ, ਕਾਫੀ ਸੋਚਣ ਵਾਲੀ ਗੱਲ ਆ। ਤੇ ਇੱਕ ਅਸੀਂ ਗੱਲ ਕਹਿੰਦੇ ਆ ਕਿ ਜਦੋਂ ਤੱਕ ਕੰਨ ਤੇ ਜੂੰ ਨਾ ਰਿੰਗੇ ਸ਼ਾਇਦ ਕੋਈ ਸੁਣਦਾ ਨਹੀਂ। ਇੱਕ ਕਹਾਵਤ ਕਹੀ ਜਾਂਦੀ ਆ, ਰਣਦੀਪ ਸੁਰਜੇਵਾਲਾ ਨੇ ਵੀ ਅੱਜ ਆਪਣੇ ਇੱਕ ਟਵੀਟ ਦੇ ਵਿੱਚ ਜਦ ਪੰਜਾਬ ਦੇ ਕਿਸਾਨ ਦੀ ਜਸਪ੍ਰੀਤ ਦੀ ਮੌਤ ਦੀ ਖਬਰ ਮਿਲੀ ਤਾਂ ਉਹਦੀ ਫੋਟੋ ਸਾਂਝਾ ਕਰਦੇ ਹੋਏ ਰਣਦੀਪ ਸੁਰਜੇਵਾਲਾ ਨੇ ਟਵੀਟ 'ਚ ਇਹ ਗੱਲ ਲਿਖੀ ਕਿ ਸਰਕਾਰ ਦੇ ਕੰਨਾਂ ਤੱਕ ਸ਼ਾਇਦ ਜੂੰ ਜਿਹੜੀ ਆ ਉਹ ਸਰਕ ਨਹੀਂ ਰਹੀ, ਉਹ ਆਵਾਜ਼ ਸੁਣ ਨਹੀਂ ਰਹੀ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਲਗਾਤਾਰ। ਤੇ ਹੁਣ ਜਿਹੜੇ ਹਰਿਆਣਾ ਦੇ ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਨੇ ਤੇ ਲੋਕ ਸਭਾ ਦੇ ਵੀ ਰੋਹਤਕ ਸੀਟ ਤੋਂ ਇੱਕ ਵਾਰੀ ਮੈਂਬਰ ਆਫ ਪਾਰਲੀਮੈਂਟ ਰਹੇ ਨੇ, ਉਹ सांसद रणदीप सिंह हुड्डा उन्होंने एक बड़ा ऐलान करता कि किसान अंदोलन जिहड़ा चल रहा जो कि जन अंदोलन बन रहा तो उन्होंने देखो हुण जन्मदिन आ तो उन्होंने कहा कि मैं अपना जन्मदिन नहीं मनाऊंगा तो लोगों को उन्होंने अपील की है कि जो भी उन्होंने प्यार करने वाले या जो भी उन्होंने समर्थक है या जोड़े कांग्रेस के लीडर है वो मेरा जन्मदिन ना मनाने की बजाय जोड़े ने जाके उत्थे किसानों के धरने च शामिल होण, अपनी सेवा उत्थे करन, उत्थे अपना योगदान देण। अपना इन्हां दी हुड्डा साहब की गलबात भी असीं सुन लईए फिर अगे बढ़ते हैं जी। सभी मेरे साथियों के लिए, मेरे बड़े बुजुर्गों के लिए मेरा एक संदेश, एक आग्रह। मुझे पता है हर वर्ष की तरह इस वर्ष भी मेरे जन्मदिन पे आप सब मुझसे मिलकर, मुझे आशीर्वाद देकर, अपना बच्चा, अपना छोटा भाई मानकर मेरे से दिल्ली निवास पे जो मिलने का हर वर्ष का जो एक सिलसिला है उसको जारी रखना चाहते हैं। लेकिन मैं यही आग्रह करना चाहता हूं कि इस वर्ष हमने सब ने यही फैसला लिया है कि मैं अपना जन्मदिन नहीं मनाऊंगा, बनाने की सोच भी नहीं सकते। जब एक और किसान एक कठोर संघर्ष में हो, ऐसी कड़ाके की सर्दी के अंदर, हर रोज़ जिस सर्दी से में किसान अपनी जान कुर्बान कर रहे हों, उनकी खबरें आ रही हों। आज भी एक खबर ऐसी आई गंगाना गांव के अंदर, सोनीपत में, ईटल गांव के अंदर, जींद में, जहां मैं अभी जा रहा हूं, जहां इस सर्दी से और इस धरने पर 2 हमारे किसान भाइयों ने अपनी जान कुर्बान करी। हर रोज इस तरह की जब खबरें आ रही हैं, देश की सरकार अपनी जिद पे अड़ी बैठी हो, हजारों किसान वहाँ लाखों की तादाद में बॉर्डरों पे डटे हों। टीकरी बॉर्डर में मैंने देखा 17-18 किलोमीटर लंबा धरना, सिंगू बॉर्डर पे 20-25 किलोमीटर लंबा धरना, मगर उन सबको दरकिनार करते हुए चल रही हो। तो ऐसे में समझता हूँ कोई औचित्य नहीं है कि हम जन्मदिन मनाएं। यही जन्मदिन होगा। मैं आप सब से आग्रह करता हूँ कि आप सब कल जो मुझे आशीर्वाद देना चाहते हैं, आप सब धरनों पे जाएं जहाँ किसान भाई हमारे डटे हुए हैं, उनकी सेवा करें, उनका समर्थन करें। चाहे वो दिल्ली बॉर्डर की बात हो या जो हरियाणा में विभिन्न जिलों में अलग अलग टोल पे जो किसान भाई बैठे हैं, आप वहाँ पहुँचे, उनकी सेवा करें और उनको समर्थन देंगे तो मुझे पहले से भी ज़्यादा आशीर्वाद मिलेगा। आप सबका बहुत बहुत धन्यवाद। देखो मनजीत, हुण मीटिंग होनी आ, लेकिन मीटिंग तो पहला जड़ियां मंदभागियां खबरां आ रही ने लगातार। पिछले दिनी एक वकील जेड़े सी उन्हां दी मौत उत्थे हो गई सी, स्वर्गवास हो गए सी। उन्हां दा भी काफ़ी मसला गरमाया होया सी क्योंकि पढ़े लिखे तेज तराज वकील सीगी, लेकिन उन्हां वल्लों जद इहो जिहा कदम चुक्या गया, अमरजीत सिंह राय जिन्हां नां सी, जलालाबाद दे रहण वाले सी, ते उन्हां वल्लों जद इहो जिहा कदम चुक्या गया, उस तो बाद कई होर भी इंसान इहो ਜਿਹੇ ਸੀ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਸੀ, ਜਿਨ੍ਹਾਂ ਵੱਲੋਂ ਜਿਹੜੀਆਂ ਆਤਮ ਹੱਤਿਆ ਕਰ ਲਿੱਤੀਆਂ ਗਈਆਂ। ਬਹੁਤ ਵੱਡੇ ਨਾਮ ਵੀ ਉਹਦੇ 'ਚ ਸ਼ਾਮਲ ਸੀਗੇ, ਲੇਕਿਨ ਆંકੜਾ ਜਿਹੜਾ 60 ਦੇ ਕਰੀਬ ਪਹੁੰਚ ਗਿਆ। ਕੁਛ ਦਾ ਐਕਸੀਡੈਂਟ ਰਾਹ 'ਚ ਜਾਂਦਿਆਂ ਹੋਏ ਦਾ ਐਕਸੀਡੈਂਟ ਹੋ ਗਿਆ, ਕੁਛ ਦਾ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ, ਕੁਛ ਨੇ ਫਾਹਾ ਲਾ ਲਿਆ। ਤਾਂ ਦੇਖੋ ਇਹ ਇਕੱਲੇ ਪੰਜਾਬ ਦੇ ਤਾਂ ਸੀਗੇ, ਲੇਕਿਨ ਉਹਦੇ ਨਾਲ ਯੂਪੀ ਦੇ ਵੀ ਸੀ। ਮੁਲਕ ਭਰ ਦੇ ਕਿਸਾਨਾਂ ਦੇ ਵਿੱਚ ਰੋਸ ਆ ਤੇ ਰੋਸ ਵਜੋਂ ਜਿਹੜੇ ਨੇ ਉਹ ਆਪਣੀ ਜਾਨ ਜਿਹੜੇ ਨੇ ਉਹ ਦੇ ਰਹੇ ਨੇ। ਤੇ ਹੁਣ ਦੇਖੋ ਜਿਸ ਤਰੀਕੇ ਨਾਲ ਜਲਾਲਾਬਾਦ ਦੇ ਵਕੀਲ ਸਾਹਿਬ ਦੀ ਮੈਂ ਗੱਲ ਕਰ ਰਿਹਾ, ਜਿਹਨਾਂ ਦਾ ਸਵਰਗਵਾਸ ਹੋ ਚੁੱਕਿਆ, ਅਮਰਜੀਤ ਸਿੰਘ ਰਾਏ, ਤੇ ਉਹਨਾਂ ਦੇ ਪਰਿਵਾਰ ਨਾਲ ਜਦ ਮੁਲਾਕਾਤ ਕੀਤੀ ਵਿਧਾਇਕ ਜਿਹੜੇ ਨੇ ਰਵਿੰਦਰ ਆਮਲਾ, ਤੇ ਉਹਨਾਂ ਨੇ ਮੁਲਾਕਾਤ ਕੀਤੀ, ਉਹਨਾਂ ਨੂੰ ਸਾਂਤਵਨਾ ਦਿੱਤੀ, ਪਰਿਵਾਰ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ। ਤੇ ਇਹ ਇਕੱਲੇ ਕਾਂਗਰਸ ਦੇ ਵਿਧਾਇਕ ਦੀ ਨਹੀਂ ਗੱਲ ਕਰ ਰਿਹਾ, ਹਰ ਇੱਕ ਨੂੰ ਜਿਹੜੇ ਕਿਸਾਨਾਂ ਨੂੰ ਪਿਆਰ ਕਰਦੇ ਨੇ,
ਤੇ ਕਿਸਾਨੀ ਨੂੰ ਪਿਆਰ ਤਾਂ ਬੀਜੇਪੀ ਵਾਲੇ ਵੀ ਕਰਦੇ ਨੇ ਜੀ। ਲੇਕਿਨ ਕਿਥੇ ਨਾ ਕਿਥੇ ਜਿਹੜੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਇਸ ਵਕਤ ਵਿਰੋਧ ਦਾ ਸਾਹਮਣਾ ਬੀਜੇਪੀ ਵਾਲਿਆਂ ਨੂੰ ਕਰਨਾ ਪੈ ਰਿਹਾ ਤੇ ਕਿਥੇ ਨਾ ਕਿਥੇ ਉਹਨਾਂ ਦੇ ਦਿਲ ਦੇ ਵਿੱਚ ਵੀ ਇਹ ਸ਼ਾਇਦ ਤਾਉਮਰ ਰਹੇਗੀ ਗੱਲ ਕਿ ਇਹੋ ਜਿਹਾ ਅੰਦੋਲਨ ਵੀ ਹੋਇਆ ਸੀ। ਪਗੜੀ ਸੰਭਾਲ ਜੱਟਾਂ ਦਾ ਤਾਂ ਉਹਨਾਂ ਨੇ ਇਤਿਹਾਸ ਹੀ ਪੜਿਆ ਹੋਣਾ ਜਿਹੜਾ 1906-7 ਹੋਇਆ ਸੀ, ਲੇਕਿਨ 2020 ਦਾ ਅੰਦੋਲਨ ਵੀ ਉਹਨਾਂ ਨੂੰ ਸਾਰੀ ਉਮਰ ਯਾਦ ਰਹਿਣਾ ਭਾਜਪਾ ਵਾਲਿਆਂ ਨੂੰ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਥਾਂ ਤੇ ਵਿਰੋਧ ਹੋਇਆ ਸੀ। ਲੇਕਿਨ ਜੇ ਦੇਖੋ ਹੁਣ ਰਵਿੰਦਰ ਆਮਲਾ ਦੀ ਮੈਂ ਗੱਲ ਕਰ ਰਿਹਾ, ਉਹਨਾਂ ਨੇ ਜਲਾਲਾਬਾਦ ਪਹੁੰਚੇ ਤਾਂ ਉੱਥੇ ਆਰਥਿਕ ਮਦਦ ਵੀ ਦਿੱਤੀ ਉਸ ਪਰਿਵਾਰ ਨੂੰ ਜਿਹੜੇ ਵਕੀਲ ਨੇ ਉੱਥੇ ਆਪਣੀ ਜ਼ਿੰਦਗੀ ਤਿਆਗ ਕਰਤੀ ਸੀ ਕਿਸਾਨ ਅੰਦੋਲਨ ਦੇ ਲਈ। ਉਸ ਪਰਿਵਾਰ ਨਾਲ ਉਹ ਮਿਲੇ ਵੀ ਜਿਹੜੇ ਵਕੀਲ ਸਾਹਿਬ ਦਾ ਪਰਿਵਾਰ ਸੀ ਤੇ ਉਹਨਾਂ ਨੂੰ ਆਰਥਿਕ ਮਦਦ ਦੇ ਨਾਲ ਹੋਰ ਵੀ ਬੜੀਆਂ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਜੋ ਵੀ ਦਿੱਤੀਆਂ ਜਾਣੀਆਂ ਨੇ ਜਾਂ ਉਹਨਾਂ ਤੋਂ ਜਿੰਨੀ ਵੀ ਬਣਦੀ ਹੋਈ ਮਦਦ ਉਹਨਾਂ ਨੇ ਕਹੀ ਹੈ ਕਿ ਉਹ ਕਰਨਗੇ ਤੇ ਸਰਕਾਰ ਨੂੰ ਵੀ ਅਪੀਲ ਕਰਨਗੇ ਕਿ ਪੰਜਾਬ 'ਚ ਇੱਥੇ ਜਿਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਨ੍ਹਾਂ ਕਿਸਾਨਾਂ ਦਾ ਸਵਰਗਵਾਸ ਹੋ ਰਹੇ ਨੇ ਤੇ ਜੋ ਹੋ ਚੁੱਕੇ ਨੇ ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਤਾਂ ਰਵਿੰਦਰ ਆਮਲਾ ਨੇ ਹੋਰ ਕੀ ਕੁਝ ਕਿਹਾ ਆਪਣੇ ਬਿਆਨ 'ਚ, ਅਸੀਂ ਆਪਣੇ ਦਰਸ਼ਕਾਂ ਨੂੰ ਉਹ ਵੀ ਸੁਣਾ ਦਿੰਦੇ ਹਾਂ। ਕੱਲ ਵੀ ਜਾ ਕੇ ਆਇਆ, 2 ਦਿਨ ਪਹਿਲਾਂ ਵੀ ਜਾ ਕੇ ਆਇਆ ਔਰ ਅੱਜ ਉਹਨਾਂ ਦੇ ਭੋਗ ਤੇ ਮੈਂ ਉੱਥੇ ਸ਼ਾਮਿਲ ਹੋਇਆ ਔਰ ਮੈਂ ਸਮਝਦਾ ਕਿ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਇੱਕ ਕਿਸਾਨੀ ਨੂੰ ਬਚਾਉਣ ਲਈ, ਸਾਡੇ ਬੱਚਿਆਂ ਦਾ ਭਵਿੱਖ ਬਚਾਉਣ ਲਈ। ਸਾਰਾ ਜਲਾਲਾਬਾਦ ਉਹਨਾਂ ਦੇ ਨਾਲ ਹੈ, ਸਾਰਾ ਫਾਜ਼ਿਲਕਾ ਹਿੰਦੁਸਤਾਨ ਦੇ ਕਿਸਾਨ ਉਹਨਾਂ ਦੇ ਨਾਲ ਹੈ। ਅੱਜ ਅਸੀਂ ਸਰਕਾਰ ਵੱਲੋਂ ਉਹਨਾਂ ਨੂੰ 5 ਲੱਖ ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ ਹੈ ਔਰ ਜਦੋਂ ਉਹਨਾਂ ਦਾ ਬੇਟਾ ਗ੍ਰੈਜੂਏਟ ਹੋ ਜਾਊਗਾ ਉਹਨੂੰ ਸਰਕਾਰੀ ਜੌਬ ਵੀ ਅਸੀਂ ਜ਼ਰੂਰ ਦਿਵਾਵਾਂਗੇ। ਔਰ ਇੱਕ ਅਪੀਲ ਕਰਦਾ ਮੈਂ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਭਾਸ਼ਣ ਵੀ ਦਿੰਦੇ ਆ, ਬੋਲਦੇ ਵੀ ਆ ਔਰ ਸਾਨੂੰ ਗਾਈਡ ਵੀ ਕਰਦੇ ਆ, ਉਹ ਇਹ ਗੱਲ ਜ਼ਰੂਰ ਕਰਨ ਕਿ ਇਸ ਤਰ੍ਹਾਂ ਦੀ ਗੱਲ ਨਾਲ ਪਿੱਛੋਂ ਪਰਿਵਾਰ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ। ਸੋਚ ਸਮਝ ਕੇ ਆਪਾਂ ਨੂੰ ਕਦਮ ਚੱਕਣੇ ਚਾਹੀਦੇ ਹੈ। ਲੜਾਈ ਬਹੁਤ ਤਗੜੀ ਹੈ, ਇਹ ਗੱਲ ਠੀਕ ਹੈ। ਤਗੜੇ ਹੋ ਕੇ ਆਪਾਂ ਨੂੰ ਖੁੱਲੇ ਦਿਲ ਨਾਲ, ਆਜ਼ਾਦ ਦਿਲ ਨਾਲ ਲੜਨੀ ਪਊਗੀ ਔਰ ਖੋ ਕੇ ਲਿਆਣੇ ਪੈਣਗੇ ਆਪਾਂ ਨੂੰ ਆਪਣੇ ਹੱਕ ਮੋਦੀ ਤੋਂ। ਇਸ ਤਰ੍ਹਾਂ ਦੀਆਂ ਘਟਨਾ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ। ਦੇਖੋ ਮਨਜੀਤ, ਰਵਿੰਦਰ ਆਮਲਾ ਦੀ ਗੱਲ ਵੀ ਤੁਸੀਂ ਸੁਣੀ, ਆਲ ਓਵਰ ਸਾਰੀਆਂ ਚੀਜ਼ਾਂ ਮੈਂ ਦੱਸ ਹੀ ਚੁੱਕਿਆ, ਲੇਕਿਨ ਜਿਸ ਤਰੀਕੇ ਨਾਲ ਭਾਜਪਾ ਵਾਲਿਆਂ ਦਾ ਰਿਹਾ ਥਾਂ ਤੇ ਵਿਰੋਧ ਕੀਤਾ ਜਾ ਰਿਹਾ ਤਾਂ ਖਬਰਾਂ ਹੁਣ ਇਹ ਵੀ ਆ ਰਹੀਆਂ ਨੇ ਕਿ ਭਾਜਪਾ ਲੀਡਰ ਜਿਹੜੇ ਨੇ ਉਹ ਸਿਕਿਉਰਿਟੀ ਜਿਹੜੀ ਹੈ ਵਧਾਉਣ ਦੀ ਮੰਗ ਵੀ ਕਰ ਸਕਦੇ ਨੇ, ਕਿਉਂਕਿ ਦੇਖੋ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ, ਟਾਵਰ ਪੱਟੇ ਗਏ। ਟਾਵਰ ਪੱਟਣ ਤੋਂ ਬਾਅਦ ਭਾਜਪਾ ਲੀਡਰਾਂ ਨੇ ਮੁਲਾਕਾਤ ਕੀਤੀ ਰਾਜਪਾਲ ਬੀਪੀ ਸਿੰਘ ਬਦਨੌਰ ਨਾਲ ਜਾ ਕੇ। ਉਹਨਾਂ ਨੇ ਕਿਹਾ ਕਿ ਅਮਨ ਕਾਨੂੰਨ ਇੱਥੇ ਸੂਬੇ 'ਚ ਹੈ ਨਹੀਂ। ਅਮਨ ਕਾਨੂੰਨ ਦੀ ਗੱਲ ਨੂੰ ਲੈ ਕੇ ਬੀਜੇਪੀ ਵਾਲੇ ਰਾਜਪਾਲ ਨੂੰ ਮਿਲੇ। ਰਾਜਪਾਲ ਨੇ ਕੀ ਕੀਤਾ, ਪੰਜਾਬ ਦੇ ਜਿਹੜੇ ਮੁੱਖ ਸਕੱਤਰ ਨੇ ਉਹਨਾਂ ਨੂੰ ਤੇ ਡੀਜੀਪੀ ਨੂੰ ਬੁਲਾ ਲਿਆ ਆਪਣੇ ਕੋਲ ਕਿ ਕਾਨੂੰਨ ਅਵਿਵਸਥਾ ਕਿਵੇਂ ਆ। ਤੇ ਜਦ ਅਧਿਕਾਰੀਆਂ ਨੂੰ ਬੁਲਾਇਆ ਗਿਆ ਤੇ ਉਹਦੇ ਕੈਪਟਨ ਅਮਰਿੰਦਰ ਸਾਹਿਬ ਨੂੰ ਆ ਗਿਆ ਥੋੜਾ ਜਿਹਾ ਗੁੱਸਾ, ਨਾਰਾਜ਼ ਹੋ ਗਏ। ਬੀਪੀ ਬਦਨੌਰ ਸਾਹਿਬ ਨੇ ਜਦ ਅਧਿਕਾਰੀਆਂ ਨੂੰ ਤਲਬ ਕੀਤਾ ਤੇ ਤਲਬ ਕਰਨ ਤੋਂ ਬਾਅਦ ਜਿਹੜੇ ਨੇ ਕੈਪਟਨ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਕਿ ਤੁਸੀਂ ਮੇਰੇ ਤੋਂ ਜਵਾਬਦੇਹੀ ਮੰਗੋ, ਮੈਂ ਸੂਬੇ ਦਾ ਮੁੱਖ ਮੰਤਰੀ ਆ, ਤੁਸੀਂ ਅਧਿਕਾਰੀਆਂ ਨੂੰ ਕਿਉਂ ਪੁੱਛ ਸਕਦੇ ਹੋ? ਅਧਿਕਾਰੀਆਂ ਨੂੰ ਪੁੱਛਣ ਦਾ ਅਧਿਕਾਰ ਮੇਰੇ ਆ। ਚਲੋ ਅਧਿਕਾਰਾਂ ਦੀ ਗੱਲ ਆ, ਕਿਉਂਕਿ ਤੁਹਾਨੂੰ ਪਤਾ ਜਦ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਦੇ ਵਿੱਚ ਕੇਜਰੀਵਾਲ ਤੇ ਰਾਜਪਾਲ ਜਿਹੜੇ ਸੀ ਉਹਨਾਂ ਨਾਲ ਕੀ ਕੁਝ ਹੋਇਆ, ਕਿਹੋ ਜਿਹਾ ਮਾਹੌਲ ਬਣਿਆ, ਕੀ ਕੁਝ ਸਰਕਾਰ ਦੀਆਂ ਸਥਿਤੀਆਂ ਰਹੀਆਂ। ਤੇ ਇਹੋ ਜਿਹੀਆਂ ਸਥਿਤੀਆਂ ਦੇਖੋ ਪੰਜਾਬ 'ਚ ਵੀ ਹੁਣ ਬਣ ਰਹੀਆਂ ਨੇ, ਕਿਉਂਕਿ ਬੀਜੇਪੀ ਵਾਲਿਆਂ ਨੇ ਜਿੱਥੇ ਇੱਕ ਪਾਸੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਦੂਜੇ ਪਾਸੇ ਉਹਨਾਂ ਨੇ ਮੰਗ ਪੱਤਰ ਲੈ ਕੇ ਪਹੁੰਚ ਗਏ ਰਾਜਪਾਲ ਕੋਲ। ਹਾਲਾਂਕਿ ਉਹਨਾਂ ਦਾ ਆਪਣੀ ਸੰਵਿਧਾਨਿਕ ਜਿਹੜਾ ਅਧਿਕਾਰ ਹੈ ਉਹ ਮੰਗ ਪੱਤਰ ਆਪਣਾ ਦੇ ਸਕਦੇ ਨੇ, ਲੇਕਿਨ ਜਿਸ ਤਰੀਕੇ ਨਾਲ ਫਿਰ ਵਿਵਾਦ ਆਮਣੋ ਸਾਹਮਣੇ ਜਿਸ ਤਰੀਕੇ ਨਾਲ ਰਾਜਪਾਲ ਤੇ ਕੈਪਟਨ ਸਾਹਿਬ ਹੋ ਗਏ, ਉਹ ਇੱਕ ਚਰਚਾ ਦਾ ਵਿਸ਼ੇ ਬਣ ਗਿਆ। ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਬੀਜੇਪੀ ਵਾਲਿਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹ ਲਗਾਤਾਰ ਮਨਜੀਤ ਕਿਥੇ ਨਾ ਕਿਥੇ ਸੋਚਣ ਵਾਲੀ ਗੱਲ ਆ। ਹਾਲਾਂਕਿ ਜਿਹੜੀ ਗੱਲ ਇਹੀ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਵਾਲਿਆਂ ਨੂੰ ਜਿਸ ਤਰੀਕੇ ਨਾਲ ਵੱਡੇ ਲੀਡਰਾਂ ਦਾ ਵਿਰੋਧ ਥਾਂ ਤੇ ਹੋ ਰਿਹਾ ਤਾਂ ਹੋ ਸਕਦਾ ਕਿ ਉਹਨਾਂ ਦੀ ਆਉਂਦੇ ਦਿਨਾਂ ਦੇ ਵਿੱਚ ਉਹ ਇਹ ਮੰਗ ਵੀ ਕਰਨ ਕਿ ਸਾਡੀ ਸਿਕਿਉਰਿਟੀ ਵਧਾਈ ਜਾਏ, ਕਿਉਂਕਿ ਕਈਆਂ ਨੂੰ ਡਰ ਇਸ ਤਰੀਕੇ ਦਾ ਵੀ ਹੋ ਗਿਆ ਕਿ ਛਿੱਤਰ ਪਤਾ ਨਹੀਂ ਕਿੱਥੇ ਪੈ ਸਕਦੇ ਨੇ। ਫਿਲਹਾਲ ਦੇਖਣਾ ਹੋਏਗਾ ਕਿ ਹੁਣ ਜਿਹੜੀ ਮੀਟਿੰਗ ਹੋਣੀ ਹੈ ਕੁਝ ਕੀ ਘੰਟਿਆਂ ਬਾਅਦ, ਉਸ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਤੇ ਸਰਕਾਰ ਦੇ ਆਗੂਆਂ ਦੇ ਵਿਚਾਲੇ ਕੀ ਕੁਝ ਗੱਲਬਾਤ ਹੁੰਦੀ ਆ ਤੇ ਜਿਹੜੀਆਂ 2 ਮੰਗਾਂ ਨੇ ਉਹ 2 ਮੰਗਾਂ ਨੂੰ ਲੈ ਕੇ ਸਿਰੇ ਚੜ੍ਹਦੇ ਆ ਤੇ 4 ਜਿਹੜੀਆਂ ਪ੍ਰੋਪਰ ਮੰਗਾਂ ਨੇ ਉਹਨਾਂ ਦਾ ਮੋਹਰ ਇੱਕ ਮਤ ਹੋ ਕੇ ਲੱਗਦੀ ਆ, ਕਿਉਂਕਿ ਕਿਸਾਨ ਆਗੂ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ 6 ਤਰੀਕ ਤੋਂ ਲੈ ਕੇ 26 ਜਨਵਰੀ ਦੀ ਰੂਪਰੇਖਾ। ਤੇ ਅਕਾਲੀ ਦਲ ਨੇ ਵੀ ਕਹਿਤਾ ਕਿ ਉਹਨਾਂ ਦੇ ਨਾਲ ਮੋਢਾ ਛੋੜ ਕੇ ਟਰੈਕਟਰ ਰੈਲੀ ਜਿਹੜੀ ਕੱਢੀ ਜਾਣੀ ਹੈ ਗਣਤੰਤਰ ਦਿਵਸ ਦੇ ਮੌਕੇ 'ਚ ਉਹਦੇ 'ਚ ਸ਼ਾਮਿਲ ਹੋਣਗੇ। ਇਹਦੇ ਨਾਲ ਜਿਹੜਾ 18 ਤਰੀਕ ਨੂੰ ਮਹਿਲਾ ਦਿਵਸ ਮਨਾਇਆ ਜਾਣਾ ਉਹ ਵੀ ਬਾਰਡਰਾਂ ਤੇ ਮਨਾਉਣਗੇ ਕਿਸਾਨ ਜਿੱਥੇ ਅੰਦੋਲਨ ਚੱਲ ਰਿਹਾ। ਦੂਜੇ ਪਾਸੇ 23 ਜਨਵਰੀ ਨੂੰ ਜਿਹੜਾ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮਨਾਈ ਜਾਣੀ ਆ ਉਹ ਵੀ ਮਨਜੀਤ ਉੱਥੇ ਮਨਾਈ ਜਾਣੀ ਆ। ਤੇ ਸਾਰੀ ਪਲੈਨਿੰਗ
ਮਾਈਨਿੰਗ ਕਿਸਾਨ ਆਗੂਆਂ ਵੱਲੋਂ ਤਾਂ ਕਰ ਦਿੱਤੀ ਗਈ ਆ, ਲੇਕਿਨ ਹੁਣ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਸੋਚੇ ਤੇ ਛੇਤੀ ਕੋਈ ਨਿਰਣੇ ਲਵੇ। ਮਨਜੀਤ ਜੀ ਸੁਨੀਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਪੂਰੀ ਜਾਣਕਾਰੀ। ਜੀ ਮਨਜੀਤ, ਧੰਨਵਾਦ ਜੀ। ਵੱਧਦੀ ਠੰਡ ਦੇ ਬਾਵਜੂਦ ਵੀ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ। ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰ ਮਸਲੇ ਦਾ ਹੱਲ ਕੀ ਹੋਵੇਗਾ। ਹੁਣ ਦੇ ਲਈ ਫਿਲਹਾਲ ਇੰਨਾ ਹੀ, ਮੈਨੂੰ ਇਜਾਜ਼ਤ, ਧੰਨਵਾਦ।